ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ। ਸੰਸਾਰ ਸਾਗਰ में जरना न दीने, किने नाद तुर भाखे। जिनकै मन साचा विश्वास, पेख पेख स्वामी की शोभा। आनंद सदा उल्लास, सुख होटल गुर सेविया। ਐਨ ਸੈ ਸੁਭਾਇ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ ਦੀ। ਨੂਰ ਅਰਸ਼ੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮੋ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਮੋਹਿ ਮਸਕੀਨ ਪ੍ਰਭ ਨਾਮ ਆਧਾਰ। ਖਾਟਣ ਕੋ ਹਰ ਹਰ ਰੋਜਗਾਰ। ਮੋਹਿ ਮਸਕੀਨ ਪ੍ਰਭ ਨਾਮ ਆਧਾਰ। ਖਾਟਣ ਕੋ ਹਰ ਹਰ ਰੋਜਗਾਰ। ਸੰਚਣ ਕੋ ਹਰ ਏਕੋ ਨਾਮ। ਹਲਤ ਪਲਤ ਤਾਕੈ ਆਵੈ ਕਾਮ। ਨਾਮ ਰਤੇ ਪ੍ਰਭ ਰੰਗ ਅਪਾਰ। ਸਾਧ ਗਾਵੇ ਗੁਣ ਏਕ ਨਿਰੰਕਾਰ ਰਹਾਉ। ਸਾਧ ਕੀ ਸੋਭਾ ਆਤਮ ਸਕੀਨੇ। ਸੰਤ ਵਡਾਏ ਹਰ ਜਸ ਚੀਨੀ। ਆਨੰਦ ਸੰਤਨ ਕੈ ਭਗਤ ਗੋਵਿੰਦ। ਸੂਖ ਸੰਤਨ ਕੈ ਬਿਨਸੀ ਚਿੰਦੋ। ਜਹ ਸਾਧੂ ਸੰਤਨ ਹੋਵੇ ਇਕਤਰ। ਤੈ ਹਰ ਜਸ ਗਾਵੇ ਨਾਦ ਕਵਿਤ। ਸਾਧ ਸਭਾ ਮੇ ਆਨੰਦ ਵਿਸ਼ਰਾਮ। ਉਨ ਸੰਗ ਸੋ ਪਾਈ ਜਿਸ ਮਸਤਕ ਕਰਾਮ। ਦੁਇ ਕਰ ਜੋੜ ਕਰੀ ਅਰਦਾਸ। ਚਰਨ ਪੁਕਾਰ ਕਹਾਂ ਗੁਣਦਾਸ। ਪ੍ਰਭ ਦਇਆਲ ਕਿਰਪਾਲ ਹਜੂਰ। ਨਾਨਕ ਜੀਵੈ ਸੰਤਾ ਧੂਰ। ਪ੍ਰਭ ਦਇਆਲ ਕਿਰਪਾਲ ਹਜੂਰ। ਨਾਨਕ ਜੀਵੈ ਸੰਤਾ ਧੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇਹ ਜੋ ਮੁਬਾਰਕ ਬਚਨ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ, ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਦਰਬਾਰ ਤੋਂ ਅੱਜ ਦੇ ਅਮੋਲਕ ਬਚਨ ਜੋ ਆਪ ਜੀਆਂ ਨੇ ਸਰਵਣ ਕੀਤੇ ਹਨ। ਇਹ ਜੋ ਸ਼ਬਦ ਹੈ 676 ਅੰਗ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਸ਼ੋਭਾਇਮਾਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਆਓ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਦਾਰ
ਬਾਣੀ ਦੇ ਬੋਹਤ ਕਲਯੁਗ ਦੇ ਜਹਾਜ਼ ਸਤਿਗੁਰੂ ਜੋ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਸਾਡੀ ਝੋਲੀ ਵਿੱਚ ਪਾ ਰਹੇ ਨੇ ਜੀ। ਮੋਹਿ ਮਸਕੀਨ ਪ੍ਰਭ ਨਾਮ ਆਧਾਰ, ਮਸਕੀਨ ਤੋਂ ਭਾਵ ਹੁੰਦਾ ਗਰੀਬ ਨਿਮਾਣਾ ਨਿਤਾਣਾ। ਮੋਹਿ ਮਸਕੀਨ ਪ੍ਰਭ ਨਾਮ ਆਧਾਰ, ਕਹਿੰਦੇ ਮੈਨੂੰ ਮਸਕੀਨ ਨੂੰ, ਮੈਨੂੰ ਨਿਮਾਣੇ ਨੂੰ ਤੇਰਾ ਵਾਹਿਗੁਰੂ ਜੀ ਨਾਮ ਦਾ ਹੀ ਆਸਰਾ ਹੈ। ਪ੍ਰਭੂ ਦੇ ਪਿਆਰਿਆਂ ਨੂੰ ਪਿਆਰਿਓ ਨਾਮ ਦਾ ਹੀ ਆਸਰਾ ਹੁੰਦਾ, ਉਹ ਹੋਰ ਕਿਸੇ ਦਾ ਆਸਰਾ ਤੱਕਦੇ ਹੀ ਕੋਈ ਨਹੀਂ। ਜਦੋਂ ਵੀ ਕਿਤੇ ਉਹਨਾਂ ਦੀ ਵਿਪਤਾ ਦਾ ਟਾਈਮ ਵੀ ਕੋਈ ਆਵੇ, ਉਸ ਵੇਲੇ ਵੀ ਉਹ ਪਰਮੇਸ਼ਰ ਨੂੰ ਹੀ ਯਾਦ ਕਰਦੇ ਨੇ, ਵਾਹਿਗੁਰੂ ਸਾਡੇ ਅੰਗ ਸੰਗ ਸਹਾਈ ਹੋ, ਕਿਉਂਕਿ ਤੁਸੀਂ ਅੰਗ ਸੰਗ ਹੋ ਹਰ ਵੇਲੇ ਤੇ ਸਾਡੇ ਮਦਦਗਾਰ ਹੋ। ਤੇ ਮੇਰੀ ਵਾਹਿਗੁਰੂ ਉਸ ਵੇਲੇ ਮਦਦਗਾਰ ਵੀ ਹੁੰਦੇ ਨੇ। ਪਿਆਰਿਓ ਆਪਣੇ ਸੇਵਕ ਦੀ ਮਦਦ ਕਰਦੇ ਨੇ, ਜਿੱਥੇ ਵੀ ਕੋਈ ਯਾਦ ਕਰੇ ਉੱਥੇ ਹੀ ਪਹੁੰਚ ਜਾਂਦੇ ਨੇ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੀ ਠਾकुर पे ਸੇਵਕ, ਤਤਕਾਲ ਹੋਏ ਆਵੈ। ਜੋ ਜੋ ਸੇਵਕ ਕਹਿੰਦਾ ਪਿਆਰਿਓ, ਉਸੇ ਵੇਲੇ ਮਹਾਰਾਜ ਬਖਸ਼ਿਸ਼ ਕਰ ਦਿੰਦੇ ਨੇ। ਤਤਕਾਲ ਸਰਵਸ, ਤਤਕਾਲ ਕਹਿੰਦੇ ਜਲਦੀ ਤੋਂ ਜਲਦੀ, ਤਤਕਾਲ ਹੋਏ ਆਵੈ। ਵਾਹਿਗੁਰੂ ਉਸੇ ਵੇਲੇ ਹੀ ਪਹੁੰਚ ਜਾਂਦਾ ਪਿਆਰਿਓ, ਛਿਨ ਦੇ ਵਿੱਚ ਹੀ ਪਹੁੰਚ ਜਾਂਦਾ, ਜਦੋਂ ਸਿੱਖ ਯਾਦ ਕਰਦਾ ਆਪਣੇ ਮਾਲਕ ਨੂੰ, ਨਿਮਾਣਾ ਬਣ ਕੇ, ਨਿਤਾਣਾ ਬਣ ਕੇ, ਆਜ਼ਿਜ਼ ਬਣ ਕੇ, ਗਰੀਬ ਬਣ ਕੇ। ਜਿਤਨੀ ਦੇਰ ਤੱਕ ਸਾਡੇ ਮਨ ਅੰਦਰ ਈਗੋ ਹੈ, ਅਹੰਕਾਰ ਹੈ, ਉਤਨੀ ਦੇਰ ਤੱਕ ਪਿਆਰਿਓ ਪ੍ਰਭੂ ਨੇੜੇ ਨਹੀਂ ਆਉਂਦਾ। ਨੇੜੇ ਕਦੋਂ ਆਵੇਗਾ? ਜਦੋਂ ਆਜ਼ਿਜ਼ ਬਣ ਕੇ ਧੰਨ ਗੁਰੂ ਅਰਜਨ ਦੇਵ ਜੀ ਜੋ ਮਹਾਰਾਜ ਕਹਿ ਰਹੇ ਨੇ, ਅਰਦਾਸ ਬੇਨਤੀ ਸਿੱਖ ਕਰਦਾ ਹੈ, ਖਾਟਣ ਕੋ ਹਰ ਹਰ ਰੋਜ਼ਗਾਰ, ਕਿ ਉਹਦਾ ਰੁਜ਼ਗਾਰ ਕਿਹੜਾ ਹੋ ਜਾਂਦਾ, ਉਹਦੀ ਖੱਟੀ ਕਿਹੜੀ ਹੋ ਜਾਂਦੀ ਹੈ, ਉਹਦੀ ਕਮਾਈ ਕਿਹੜੀ ਹੋ ਜਾਂਦੀ ਹੈ। ਦੁਨਿਆਵੀ ਮਨੁੱਖ ਦੀ ਪਿਆਰਿਓ ਧਨ ਇਕੱਤਰ ਕੋਈ ਕਰੇਗਾ ਨਹੀਂ। ਸਾਰੇ ਅਸੀਂ ਜਾਂਦੇ ਹਾਂ ਕੰਮ ਤੇ ਜਾਂਦੇ ਹਾਂ ਧਨ ਇਕੱਤਰ ਕਰਨ ਵਾਸਤੇ, ਤੇ ਪ੍ਰਭੂ ਦੇ ਪਿਆਰੀ ਕਿਹੜਾ ਧਨ ਇਕੱਤਰ ਕਰਦੇ ਨੇ? ਨਾਮ ਦਾ ਧਨ। ਉਹ ਕਾਰ ਵਿਹਾਰ ਕਰਦਿਆਂ ਹੋਇਆਂ ਵੀ ਆਪਣਾ ਨਾਮ ਦਾ ਧਨ ਇਕੱਤਰ ਕਰਦੇ ਰਹਿੰਦੇ ਨੇ। ਹਰ ਵੇਲੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਰਹਿੰਦੇ ਨੇ। ਉਹਨਾਂ ਦਾ ਰੁਜ਼ਗਾਰ ਹੀ ਇਹੋ ਬਣ ਜਾਂਦਾ, ਕਹਿੰਦੇ ਮੇਰੇ ਵਾਸਤੇ ਜਿਹੜਾ ਮੇਰਾ ਰੁਜ਼ਗਾਰ ਹੈ ਉਹ ਪਰਮੇਸ਼ਰ ਦਾ ਨਾਮ ਹੈ। ਜੋ ਕਾਰ ਵਿਹਾਰ ਕਰਨਾ ਉਹ ਦੂਜੇ ਨੰਬਰ ਤੇ ਹੈ, ਤੇ ਪਰਮੇਸ਼ਰ ਦੇ ਨਾਮ ਨੂੰ ਉਹ ਪਹਿਲਾਂ ਜਪਦਾ ਹੈ। ਕਾਟਣ ਕੋ ਹਰ ਹਰ ਰੋਜ਼ਗਾਰ, ਆਪਣਾ ਰੋਜ਼ਗਾਰ ਹੀ ਬਣਾ ਲੈਂਦਾ ਹੈ ਪਰਮੇਸ਼ਰ ਦੇ ਨਾਮ ਨੂੰ, ਕਿ ਇਸ ਤੋਂ ਬਗੈਰ ਮੇਰਾ ਹੋਰ ਕੋਈ ਨਹੀਂ। ਤੇ ਹੋਰ ਕੀ ਕਰਦਾ ਹੈ? ਸੰਚਣ ਕੋ ਹਰ ਏਕੋ ਨਾਮ, ਦੁਨਿਆਵੀ ਮਨੁੱਖ ਦੀ ਧਨ ਦੌਲਤ ਇਕੱਤਰ ਕਰੇਗਾ, ਆਪਣੇ ਬੈਂਕ ਬੈਲੈਂਸ ਵੇਖੇਗਾ। ਪ੍ਰਭੂ ਦਾ ਪਿਆਰਾ ਕੀ ਕਰਦਾ? ਸੰਚਣ ਕੋ ਹਰ ਏਕੋ ਨਾਮ, ਕਹਿੰਦੇ ਇਕੱਤਰ ਕਰਨਾ ਤੇ ਪਰਮੇਸ਼ਰ ਦਾ ਨਾਮ। ਉਹ ਪਰਮੇਸ਼ਰ ਦੇ ਨਾਮ ਨੂੰ ਇਕੱਤਰ ਕਰਦਾ ਰਹਿੰਦਾ, ਹਰ ਵੇਲੇ ਪਰਮੇਸ਼ਰ ਦੇ ਚਿੰਤਨ ਦੇ ਵਿੱਚ ਲੱਗਾ ਰਹਿੰਦਾ। ਕਹਿੰਦੇ ਜਿਸ ਨੇ ਪੈਦਾ ਕੀਤਾ ਹੈ ਖਾਣ ਨੂੰ ਤੇ ਆਪੇ ਦੇਵੇਗਾ। ਵਾਹਿਗੁਰੂ ਨੇ ਜਿਸ ਨੇ ਪੈਦਾ ਕੀਤਾ, ਜੇ ਪਸ਼ੂ ਪੰਛੀਆਂ ਨੂੰ ਦਿੰਦਾ ਹੈ, ਜੇ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਦਿੰਦਾ ਹੈ, ਤੇ ਤੈਨੂੰ ਕਿਉਂ ਨਹੀਂ ਦੇਗਾ? ਚਿੰਤਾ ਛੱਡ ਅਚਿੰਤ ਰਹੋ, ਨਾਨਕ ਲਗ ਪਾਈ। ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾ। ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਇਸ ਤਰੀਕੇ ਦੇ ਨਾਲ ਜੁੜ ਜਾਂਦੇ ਨੇ। ਉਹ ਜਦੋਂ ਵੀ ਇਕੱਤਰ ਕਰਦੇ ਨੇ ਪਰਮੇਸ਼ਰ ਦੇ ਨਾਮ ਨੂੰ ਹੀ ਇਕੱਤਰ ਕਰਦੇ ਨੇ, ਨਾਮ ਦਾ ਹੀ ਵਪਾਰ ਕਰਦੇ ਨੇ। ਸੱਚ ਵਪਾਰ ਕਰਹੋ ਵਪਾਰੀ, ਦਰਗਹਿ ਲਿਵ ਹੈ ਖੇਤ ਤੁਮਾਰੀ। ਉਹ ਸੱਚ ਦਾ ਹੀ ਵਪਾਰ ਕਰਦੇ ਨੇ, ਇਹੀਓ ਧਨ ਇਕੱਤਰ ਕਰਦੇ ਨੇ। ਹਲਤ ਪਲਤ ਤਾਂ ਕਿ ਆਵੈ ਕਾਮ, ਕਿ ਇਹ ਜਿਹੜਾ ਧਨ ਹੈ, ਜਿਹੜੀ ਪਰਮੇਸ਼ਰ ਦਾ ਨਾਮ ਜਪਦੇ ਨੇ, ਉਹਨਾਂ ਦਾ ਲੋਕ ਵੀ ਸਵਰ ਜਾਂਦਾ ਤੇ ਉਹਨਾਂ ਦਾ ਪਰਲੋਕ ਵੀ ਸਵਰ ਜਾਂਦਾ। ਇਸ ਲੋਕ ਦੇ ਵਿੱਚ ਵੀ ਸੁੱਖ ਉਹਨਾਂ ਨੂੰ ਮਿਲ ਜਾਂਦੇ ਨੇ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਸੁੱਖ ਮਿਲ ਜਾਂਦੇ ਨੇ। ਕਿ ਪਹਿਲੇ ਬੰਦ ਦੇ ਵਿੱਚ ਸਤਿਗੁਰੂ ਜੀ ਕਹਿ ਰਹੇ ਨੇ, ਪਰਮੇਸ਼ਰ ਦੇ ਨਾਮ ਦੀ ਕੀਮਤ ਕਿਤਨੀ ਹੈ, ਪਰਮੇਸ਼ਰ ਦਾ ਨਾਮ ਜਪਣ ਦਾ ਕਿਤਨਾ ਕੁ ਫਾਇਦਾ ਹੈ। ਜਿਨ੍ਹਾਂ ਨੇ ਵੀ ਕਮਾਈ ਕੀਤੀ ਉਹਨਾਂ ਦਾ ਲੋਕ ਵੀ ਸਵਰ ਗਿਆ ਤੇ ਪਰਲੋਕ ਵੀ ਸਵਰ ਗਿਆ। ਪਿਆਰੂ ਧੰਨ ਗੁਰੂ ਨਾਨਕ ਪਾਤਸ਼ਾਹ ਬਾਲਾ ਤੇ ਮਰਦਾਨਾ ਦਾਸ ਜੀ
ਬਾਲਾ ਤੇ ਮਰਦਾਨਾ ਜ਼ਾਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਰੰਗ ਦੇ ਵਿੱਚ ਰੰਗੇ ਹੋਏ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਆਪਣੇ ਰੰਗ ਦੇ ਵਿੱਚ ਰੰਗੇ ਹੋਏ ਨੇ, ਮਸਤ ਹਨ, ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ, ਤੇ ਕੋਲ ਬਾਲਾ ਵੀ ਬੈਠਾ ਹੋਇਆ, ਬਾਲਾ ਵੀ ਬੈਠਾ ਹੋਇਆ, ਤੇ ਲਾਗੇ ਕੀ ਵੇਖਦੇ ਨਹੀਂ, ਬਾਬਾ ਮਰਦਾਨਾ ਵੇਖ ਰਿਹਾ, ਸਾਹਮਣੇ ਬਾਬਾ ਮਰਦਾਨਾ ਵੇਖ ਰਿਹਾ, ਕੀ ਤੱਕ ਰਿਹਾ? ਕਹਿੰਦੇ ਇੱਕ ਮੁਰਦਾ ਪਿਆ ਹੋਇਆ, ਇੱਕ ਲਾਸ਼ ਪਈ ਹੋਈ ਹੈ, ਇੱਕ ਲਾਸ਼ ਪਈ ਹੋਈ ਹੈ, ਤੇ ਉਹਦੇ ਵੱਲ ਵੇਖੀ ਜਾਂਦਾ, ਉਹਦੇ ਵੱਲ ਵੇਖੀ ਜਾਂਦਾ। ਵੇਖਦਿਆਂ ਵੇਖਦਿਆਂ ਕਹਿੰਦੇ ਇੱਕ ਗਿੱਦੜ ਬਘਿਆੜ ਆਇਆ, ਤੇ ਬਘਿਆੜ ਕੀ ਕਰਦਾ ਹੈ, ਉਸ ਦੇ ਦੁਆਲੇ ਦੁਆਲੇ ਘੁੰਮੀ ਜਾਂਦਾ, ਉਸ ਦੇ ਦੁਆਲੇ ਦੁਆਲੇ ਪਰਿਕਰਮਾ ਕਰੀ ਚਲੇ ਜਾਂਦਾ ਹੈ, ਵੇਖੀ ਜਾਂਦਾ ਹੈ, ਉਸ ਨੂੰ ਸੁੰਘੀ ਜਾਂਦਾ ਹੈ, ਪਰ ਬਘਿਆੜ ਖਾਂਦਾ ਕੋਈ ਨਹੀਂ, ਖਾਂਦਾ ਕੋਈ ਨਹੀਂ ਹੈ, ਕਹਿੰਦੇ ਭੁੱਖਾ, ਪਰ ਉਸ ਨੂੰ ਖਾ ਕੋਈ ਨਹੀਂ ਰਿਹਾ। ਜਿਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਆਪਣਾ ਹੀ ਇਹ ਕੌਤਕ ਸੀ, ਤੇ ਪਿਆਰੇ ਸਤਿਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਕੀ ਤੱਕ ਰਹੀਆਂ, ਕਿਸ ਪਾਸੇ ਤੱਕ ਰਹੀਆਂ? ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਜੁੜ ਜਾ। ਮਹਾਰਾਜ ਮੈਂ ਇਹ ਸਾਹਮਣੇ ਵੇਖੋ ਇੱਕ ਕੌਤਕ ਵੇਖ ਰਿਹਾ ਸੀ, ਇੱਕ ਮੁਰਦਾ ਪਿਆ ਹੋਇਆ, ਮੁਰਦਾ ਪਿਆ ਹੋਇਆ, ਤੇ ਇਹਦੇ ਵੱਲ ਬਘਿਆੜ ਕਹਿੰਦੇ ਇਹਦੀਆਂ ਪਰਿਕਰਮਾ ਕਰੀ ਜਾਂਦਾ ਹੈ ਜੀ ਭੁੱਖਾ, ਪਰ ਇਸ ਨੂੰ ਖਾਂਦਾ ਕੋਈ ਨਹੀਂ, ਹੈ ਭੁੱਖਾ ਪਰ ਇਸ ਨੂੰ ਖਾਂਦਾ ਕੋਈ ਨਹੀਂ। ਕਹਿੰਦੇ ਮਰਦਾਨਿਆ ਤੂੰ ਜਾਣਨਾ ਚਾਹੁੰਦਾ? ਕਹਿੰਦੇ ਮਹਾਰਾਜ ਦੱਸੋ। ਕਹਿੰਦੇ ਨਹੀਂ, ਇਹ ਆਪ ਹੀ ਤੈਨੂੰ ਦੱਸੇਗਾ। ਮਹਾਰਾਜ ਉਹ ਤੇ ਬਘਿਆੜ, ਉਹ ਕਿਵੇਂ ਦੱਸੇਗਾ? ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੀ ਅਸੀਂ ਬੋਲਣ ਦੀ ਤਾਕਤ ਇਸ ਨੂੰ ਦਿੰਦੇ ਹਾਂ, ਤੇ ਤੂੰ ਆਪ ਹੀ ਪੁੱਛ ਲੈ, ਤੂੰ ਆਪ ਹੀ ਪੁੱਛ ਲੈ। ਕਹਿੰਦੇ ਬਘਿਆੜ ਨੂੰ ਕਹਿੰਦੇ ਬੋਲਣ ਦੀ ਤਾਕਤ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਦਿਵ ਦ੍ਰਿਸ਼ਟੀ ਉਹਦੇ ਵਿੱਚੋਂ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਜਿਸ ਵੇਲੇ ਕੀਤੀ, ਉਹਨੂੰ ਮਰਦਾਨਾ ਪੁੱਛਦਾ ਬਘਿਆੜ ਨੂੰ ਕਿ ਤੈਨੂੰ ਭੁੱਖ ਵੀ ਲੱਗੀ ਹੋਈ ਹੈ, ਤੋ ਕਹਿੰਦੇ ਤੇਰਾ ਖਾਣਾ ਵੀ ਇਹੀ ਹੋਈ ਹੈ, ਪਰ ਤੂੰ ਇਸ ਮੁਰਦੇ ਦੀਆਂ ਪਰਿਕਰਮਾ ਕਰੀ ਚਲੇ ਜਾਂਦਾ, ਇਸ ਨੂੰ ਖਾਂਦਾ ਕਿਉਂ ਨਹੀਂ? ਤੂੰ ਭੁੱਖਾ, ਕਿੱਡੀ ਦੂਰੋਂ ਚੱਲ ਕੇ ਆਇਆ, ਮਸਾਂ ਹੀ ਚੱਲ ਕੇ ਆਇਆ, ਤੇਰੇ ਵਿੱਚ ਲੱਗਦਾ ਜਿਵੇਂ ਸਾਹ ਸੱਤਦੇ ਨਹੀਂ, ਭੁੱਖ ਵੀ ਤੈਨੂੰ ਪੂਰੀ ਲੱਗੀ ਹੋਈ ਹੈ, ਪਰ ਇਸ ਮੁਰਦੇ ਨੂੰ ਖਾ ਕਿਉਂ ਨਹੀਂ ਰਿਹਾ? ਕਹਿੰਦੇ ਬਾਬਾ ਜੀ ਸਤਿਗੁਰੂ ਨਾਨਕ ਪਾਤਸ਼ਾਹ ਜਾਣਦੇ, ਸਤਿਗੁਰੂ ਨਾਨਕ ਪਾਤਸ਼ਾਹ ਜਾਣਦੇ ਨੇ। ਕਹਿੰਦੇ ਮੇਰੀ ਬਾਲਕ ਤੇ ਜਾਣਦੇ ਨੇ, ਪਰ ਮੈਨੂੰ ਵੀ ਸਮਝਾਓ ਇਸ ਦਾ ਕਾਰਨ ਕੀ ਹੈ, ਤੂੰ ਇਸ ਨੂੰ ਖਾਂਦਾ ਕਿਉਂ ਨਹੀਂ? ਕਹਿੰਦਾ ਮੈਂ ਖਾਂਦਾ ਇਸ ਨੂੰ ਇਸ ਕਰਕੇ ਨਹੀਂ, ਇਹ ਜਿਹੜਾ ਮ੍ਰਿਤਕ ਬੜਾ ਸਰੀਰ ਹੈ, ਇਹ ਜਿਹੜੀ ਲਾਸ਼ ਪਈ ਹੋਈ ਹੈ, ਇਹ ਮੁਰਦਾ ਪਿਆ ਹੋਇਆ, ਕਹਿੰਦੇ ਇਸ ਨੇ ਕਦੀ ਕੋਈ ਚੰਗਾ ਕੰਮ ਨਹੀਂ ਕੀਤਾ, ਇਸ ਨੇ ਕੋਈ ਚੰਗਾ ਦੁਨੀਆ ਦੇ ਵਿੱਚ ਕੰਮ ਨਹੀਂ ਕੀਤਾ। ਮੈਂ ਸੁੰਘਦਾ ਸੀ, ਪਹਿਲੋਂ ਇਸ ਦੇ ਮੈਂ ਸਿਰ ਨੂੰ ਸੁੰਘਿਆ ਕਿ ਇਹਦੇ ਦਿਮਾਗ ਦੇ ਵਿੱਚ ਕਦੀ ਸੋਚ ਕੋਈ ਚੰਗੀ ਆਈ, ਕਦੀ ਪਰਮੇਸ਼ਰ ਵਾਲੇ ਪਾਸੇ ਇਹਨੇ ਸੋਚਿਆ? ਕਹਿੰਦੇ ਵੇਖਿਆ ਨਹੀਂ, ਸੁੰਘ ਕੇ ਵੇਖਿਆ, ਫਿਰ ਮੈਂ ਇਸ ਦੇ ਹੱਥਾਂ ਨੂੰ ਕਹਿੰਦੇ ਸੁੰਘਿਆ, ਵੀ ਇਹਨੇ ਹੱਥਾਂ ਦੇ ਨਾਲ ਕਦੀ ਕੋਈ ਕਿਰਤ ਕੀਤੀ ਹੋਵੇ, ਕੋਈ ਚੰਗਾ ਕੰਮ ਕੀਤਾ ਹੋਵੇ। ਕਹਿੰਦੇ ਇਹਨੇ ਹੱਥਾਂ ਦੇ ਨਾਲ ਵੀ ਕਦੀ ਕੋਈ ਸੇਵਾ ਨਹੀਂ ਕਮਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਤ੍ਰਿਗ ਸੇਵਾ ਬਿਨ ਹੱਥ ਪੈਰ ਹੋਰ ਨਹੀਂ ਪਰ ਕਰ। ਕਹਿੰਦੇ ਸੇਵਾ ਤੋਂ ਬਿਨਾਂ ਤ੍ਰਿਕਾਰ ਹੱਥ ਤੇ ਪੈਰ, ਜੋ ਵੀ ਸਾਡੀ ਕਰਨੀ ਜੇ ਕਰਨੀ ਹੋਵੇ ਸ਼ਰਮਿੰਦਾ, ਇਹ ਕਮਾਨੀ ਰੀ। ਕਹਿੰਦੇ ਹੱਥਾਂ ਦੇ ਨਾਲ ਇਸਨੇ ਕਦੀ ਕੋਈ ਐਸਾ ਕਰਮ ਨਹੀਂ ਕੀਤਾ ਕਿ ਸੇਵਾ ਕੋਈ ਨਹੀਂ ਕੀਤੀ, ਹੱਥ ਵੀ ਇਸ ਦੇ ਸਫਲ ਨਹੀਂ ਹੋਏ। ਕਹਿੰਦੇ ਫਿਰ ਮੈਂ ਇਸ ਦੇ ਹਿਰਦੇ ਨੂੰ ਸੁੰਘ ਕੇ ਵੇਖਿਆ, ਛਾਤੀ ਨੂੰ ਸੁੰਘ ਕੇ ਵੇਖਿਆ ਕਿ ਇਸ ਦੇ ਹਿਰਦੇ ਦੇ ਵਿੱਚ ਕਦੀ ਕੋਈ ਵਿਚਾਰ ਚੰਗਾ, ਕੋਈ ਫੁਰਨਾ ਚੰਗਾ ਆਇਆ ਹੋਵੇ। ਕਹਿੰਦੇ ਇਹਦੇ ਹਿਰਦੇ ਦੇ ਵਿੱਚ ਵੀ ਕਦੀ ਕੋਈ ਫੁਰਨਾ ਨਹੀਂ ਆਇਆ। ਫਿਰ ਮੈਂ ਸੋਚਿਆ ਵੀ ਚਲੋ ਕਦੀ ਸ਼ਾਇਦ ਇਸਨੇ ਕਦਮ, ਇਸਨੇ ਪੈਰ ਕਦੀ ਚੰਗੇ ਪਾਸੇ ਵੱਲ ਨੂੰ ਚੱਲੇ ਹੋਣ। ਜਦੋਂ ਮੈਂ ਇਸਦੇ ਪੈਰਾਂ ਨੂੰ ਸੁੰਘਿਆ ਤੇ ਪੈਰ ਵੀ ਇਸਦੇ ਕਦੀ ਚੰਗੇ ਪਾਸੇ ਵੱਲ ਨੂੰ ਨਹੀਂ, ਹਮੇਸ਼ਾ ਸਾਰੀ ਜ਼ਿੰਦਗੀ ਇਹ ਮਾੜੇ ਕਰਮ ਕਰਦਾ ਰਿਹਾ। ਇਸ ਕਰਕੇ ਕਹਿੰਦੇ ਹੁਣ ਮੈਂ ਇਸ ਨੂੰ ਖਾਧਾ ਵੀ ਨਹੀਂ, ਇਸ ਨੂੰ ਮੈਂ ਖਾਧਾ ਵੀ ਨਹੀਂ, ਪਰ ਮੈਂ ਹੁਣ ਮੁਕਤ ਹੋ ਜਾਣਾ। ਸਤਿਗੁਰੂ ਨਾਨਕ ਪਾਤਸ਼ਾਹ ਦੇ ਮੈਨੂੰ ਦਰਸ਼ਨ ਹੋ ਗਏ।
ਕਿ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਆਪਣਾ ਹੀ ਕੌਤਕ ਸੀ। ਮਰਦਾਨੇ ਨੂੰ ਪਤਾ ਲੱਗ ਗਿਆ ਕਿ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਕਿੰਨਾ ਕੀਮਤੀ ਹੈ। ਕਹਿੰਦੇ ਜੇ ਇੱਕ ਮੁਰਦਾ ਵੀ ਪਿਆ ਹੋਵੇ ਇਹਦੇ ਵਿੱਚ ਸਵਾਸ ਕੋਈ ਨਹੀਂ। ਮੁਰਦਾ ਪਿਆ ਹੋਇਆ ਜਿਸ ਸਰੀਰ ਦੇ ਨਾਲ ਬਿਲਕੁਲ ਹੀ ਸੇਵਾ ਨਹੀਂ ਕੀਤੀ ਪਿਆਰਿਓ, ਉਹ ਵੀ ਕਿਸੇ ਕੰਮ ਨਹੀਂ। ਹਲਤ ਪਲਤ ਤਾਂ ਕਿ ਆਵੇ ਕਾਮ, ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਪਿਆਰਿਓ ਸਹਾਈ ਹੁੰਦਾ, ਹਰ ਟਾਈਮ ਤੇ ਸਹਾਈ ਹੁੰਦਾ ਹੈ। ਮਾਂਡਵ ਰਿਸ਼ੀ ਇੱਕ ਹੋਇਆ, ਮਾਂਡਵ ਰਿਸ਼ੀ ਨੇ ਪਿਆਰਿਓ ਪਰਮੇਸ਼ਰ ਦਾ ਨਾਮ ਬਹੁਤ ਜਪਿਆ, ਬੜੀ ਬੰਦਗੀ ਕੀਤੀ, ਇਤਨੀ ਬੰਦਗੀ ਕੀਤੀ, ਹਰ ਵੇਲੇ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੇ ਰਹਿਣਾ, ਤਪ ਕਰਦੇ ਰਹਿਣਾ। ਕਹਿੰਦੀ ਇੱਕ ਵਾਰੀ ਕੀ ਹੋਇਆ, ਮਾਂਡਵ ਰਿਸ਼ੀ ਆਪਣੇ ਤਪ ਦੇ ਵਿੱਚ ਬੈਠਾ ਹੋਇਆ ਭਗਤੀ ਕਰ ਰਿਹਾ, ਭਗਤੀ ਕਰਦਿਆਂ ਕੋਈ ਕਹਿੰਦੇ ਚੋਰ ਆਏ। ਚੋਰਾਂ ਨੇ ਰਾਜ ਦਰਬਾਰ ਦੇ ਵਿੱਚ ਚੋਰੀ ਕੀਤੀ, ਚੋਰੀ ਬਹੁਤ ਵੱਡੀ ਕੀਤੀ ਰਾਜੇ ਦੇ ਦਰਬਾਰ ਦੇ ਵਿੱਚ, ਬੜੀ ਵੱਡੀ ਚੋਰੀ ਕੀਤੀ। ਅਮੋਲਕ ਹੀਰੇ ਉੱਥੋਂ ਚੁੱਕੇ, ਬੜੀਆਂ ਸੁੰਦਰ ਮਾਲਾ ਉੱਥੋਂ ਚੁੱਕੀਆਂ, ਬਹੁਤ ਵੱਡੀ ਚੋਰੀ ਦੇ ਵਿੱਚ ਉਹ ਸਫਲ ਹੋਏ। ਉਹਨਾਂ ਨੇ ਸੋਚਿਆ ਕਿ ਇਹ ਰਿਸ਼ੀ ਬੈਠਾ ਹੋਇਆ, ਇਸ ਨੂੰ ਵੀ ਕੁਝ ਨਾ ਕੁਝ ਦੇ ਚਲੀਏ। ਇਸ ਦੇ ਗਲੇ ਦੇ ਵਿੱਚ ਕਹਿੰਦੀ ਇੱਕ ਮਾਲਾ ਹੀ ਪਾ ਜਾਂਦੇ ਆ, ਇਹ ਹੀਰਿਆਂ ਦੀ ਮਾਲਾ, ਸੋਹਣੇ ਮੋਤੀਆਂ ਦੀ ਮਾਲਾ ਇੱਕ ਉਸ ਮਾਂਡਵ ਰਿਸ਼ੀ ਦੇ ਗਲ ਦੇ ਵਿੱਚ ਪਾ ਦਿੱਤੀ ਤੇ ਆਪ ਅੱਗੇ ਨੂੰ ਚਲੇ ਗਏ। ਕਹਿੰਦੇ ਹੁਣ ਆਪਾਂ ਘਰਾਂ ਨੂੰ ਜਾਂਦੇ ਹਾਂ। ਇਹ ਤੇ ਚਲੇ ਗਏ ਨੇ ਪਿਆਰਿਓ। ਰਾਜ ਦਰਬਾਰ ਵੱਲੋਂ ਪੁਲਿਸ ਕਹਿੰਦੇ ਜਿਸ ਵੇਲੇ ਆਈ ਤੇ ਉਹ ਖੋਜ ਕਰਾ ਵੇਖਦਿਆਂ ਇਹ ਮਾਂਡਵ ਰਿਸ਼ੀ ਤੱਕ ਪਹੁੰਚ ਗਏ। ਮਾਂਡਵ ਰਿਸ਼ੀ ਤੱਕ ਜਿਸ ਵੇਲੇ ਪਹੁੰਚੇ, ਉਹਨਾਂ ਨੇ ਵੇਖਿਆ ਕਿ ਕਿਤਨੀ ਸੁੰਦਰ ਮਾਲਾ ਇਹਦੇ ਗਲੇ ਦੇ ਵਿੱਚ ਪਈ ਹੋਈ ਹੈ। ਹੁਣ ਤੇ ਕਹਿੰਦੇ ਭਗਤੀ ਕਰ ਰਿਹਾ, ਤੇ ਕਹਿੰਦੇ ਚੋਰਾਂ ਦਾ ਤੇ ਇਸੇ ਨੂੰ ਪਤਾ ਹੋਏਗਾ, ਚੋਰ ਤੇ ਇਸੇ ਦੇ ਭੇਜੇ ਹੋਣਗੇ। ਮਾਲਾ ਪਾ ਕੇ ਹੁਣ ਬੈਠਾ, ਅੱਖਾਂ ਮੀਟ ਕੇ ਹੁਣ ਬੈਠਾ ਹੋਇਆ, ਇਸੇ ਨੂੰ ਫੜ ਕੇ ਲੈ ਕੇ ਜਾਂਦੇ ਆ, ਆਪੇ ਸਾਰਾ ਕੁਝ ਦੱਸੇਗਾ। ਮਾਂਡਵ ਰਿਸ਼ੀ ਨੂੰ ਉਹਨਾਂ ਨੇ ਅੱਗੇ ਲਾ ਲਿਆ, ਪੁਲਿਸ ਵਾਲਿਆਂ ਨੇ ਅੱਗੇ ਲਾ ਲਿਆ। ਉਹ ਕਹਿੰਦੀ ਮੈਂ ਇਹ ਕੰਮ ਕੋਈ ਨਹੀਂ ਕੀਤਾ, ਮੈਂ ਪਰਮੇਸ਼ਰ ਦਾ ਨਾਮ ਜਪਦਾ, ਹਰ ਵੇਲੇ ਸਵਾਸ ਉਸ ਮਾਲਿਕ ਦਾ ਨਾਮ ਜਪਣ ਵਾਲਾ, ਮੈਂ ਐਸਾ ਕਰਮ ਕੋਈ ਨਹੀਂ ਕਰਦਾ। ਪਰ ਕਹਿੰਦੇ ਤੇਰੇ ਕੋਲੋਂ ਇਹ ਸੁੱਚੇ ਮੋਤੀਆਂ ਦੀ ਮਾਲਾ, ਇਤਨੀ ਸੁੰਦਰ ਮਾਲਾ ਬਰਾਮਦ ਹੋਈ ਹੈ, ਇਹ ਤੇਰੇ ਗਲੇ ਵਿੱਚ ਪਈ ਹੋਈ ਸੀ, ਇਹ ਤੇਰੇ ਕੋਲ ਕਿੱਥੋਂ ਆਈ? ਕਹਿੰਦੇ ਮੈਨੂੰ ਨਹੀਂ ਕੋਈ ਪਤਾ। ਕਹਿੰਦੇ ਪਰਮੇਸ਼ਰ ਦੇ ਪਿਆਰੇ ਜਿਹੜੇ ਰੰਗ ਵਿੱਚ ਰੰਗੇ ਨੇ, ਕਹਿੰਦੇ ਮੈਂ ਤੇ ਅੱਖਾਂ ਮੀਟੀਆਂ ਹੋਈਆਂ, ਮੈਨੂੰ ਤੇ ਪਤਾ ਕੋਈ ਨਹੀਂ, ਮੈਂ ਪਰਮੇਸ਼ਰ ਦਾ ਚਿੰਤਨ ਕਰ ਰਿਹਾ। ਕਹਿੰਦੇ ਨਹੀਂ, ਅਸੀਂ ਨਹੀਂ ਯਕੀਨ ਕਰਦੇ, ਤੈਨੂੰ ਰਾਜੇ ਦੇ ਕੋਲ ਲਿਜਾਇਆ ਜਾਵੇ। ਹੁਣ ਜਿਸ ਵੇਲੇ ਰਾਜੇ ਦੇ ਕੋਲ ਲਿਜਾਇਆ ਗਿਆ, ਕਹਿੰਦੇ ਆਓ ਵੇਖੋ, ਇਹ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਰਿਸ਼ੀ ਅਖਵਾਉਂਦਾ ਹੈ ਕਿ ਮੈਂ ਤੇ ਪਰਮੇਸ਼ਰ ਦਾ ਚਿੰਤਨ ਕਰਦਾ ਹਾਂ। ਇਹ ਮਾਲਾ ਕਹਿੰਦੇ ਇਹਦੇ ਕੋਲੋਂ ਮਿਲੀ ਹੈ, ਚੋਰੀ ਦੇ ਮਾਲ ਦੇ ਵਿੱਚੋਂ ਇਹ ਮਾਲਾ ਇਸ ਦੇ ਕੋਲ ਮਿਲੀ। ਮਾਲਾ ਪਾ ਕੇ ਇਹ ਬੈਠਾ ਹੋਇਆ ਸੀ ਅੱਖਾਂ ਮੀਟ ਕੇ, ਤੇ ਅਸੀਂ ਇਸ ਨੂੰ ਫੜ ਕੇ ਲਿਆਂਦਾ, ਕਿਉਂਕਿ ਖੋਜਪੁਰਾ ਇਹਦੇ ਤੱਕ ਪਹੁੰਚਦਾ ਸੀ, ਖੋਜਪੁਰਾ ਇਸ ਤੱਕ ਪਹੁੰਚ ਰਿਹਾ ਸੀ, ਇਸ ਨੂੰ ਅਸੀਂ ਫੜ ਲਿਆਂਦਾ। ਜਿਸ ਵੇਲੇ ਰਾਜੇ ਨੇ ਪੁੱਛਿਆ ਕਿ ਐ ਰਿਸ਼ੀ ਤੂੰ ਐਸਾ ਕਰਮ ਕਿਉਂ ਕੀਤਾ? ਕਹਿੰਦੇ ਮੈਂ ਐਸਾ ਕਰਮ ਕੋਈ ਨਹੀਂ ਕੀਤਾ। ਕਹਿੰਦੇ ਤੇਰੇ ਕੋਲੋਂ ਬਰਾਮਦੀ ਹੋਈ ਹੈ, ਤੈਨੂੰ ਹੁਣ ਕਹਿੰਦੇ ਸੂਲੀ ਦੀ ਸਜ਼ਾ ਹੋਵੇਗੀ, ਤੈਨੂੰ ਸੂਲੀ ਤੇ ਚਾੜਿਆ ਜਾਵੇਗਾ, ਕਿਉਂਕਿ ਤੇਰੇ ਕੋਲੋਂ ਮਾਲ ਬਰਾਮਦ ਹੋਇਆ। ਜਾਂ ਬੰਦਿਆਂ ਬਾਰੇ ਦੱਸ। ਕਹਿੰਦੇ ਮੈਨੂੰ ਕੋਈ ਪਤਾ ਨਹੀਂ, ਇਹ ਕੌਣ ਆਇਆ ਤੇ ਕੌਣ ਗਿਆ ਤੇ ਕੌਣ ਮੇਰੇ ਗਲ ਦੇ ਵਿੱਚ ਮਾਲਾ ਪਾ ਗਿਆ। ਫਿਰ ਪਿਆਰੀ ਉਹਨਾਂ ਜਿਸ ਵੇਲੇ ਸੂਲੀ ਚਾੜਨ ਵਾਸਤੇ ਮਾਂਡਵ ਰਿਸ਼ੀ ਨੂੰ ਸੂਲੀ ਤੇ ਚਾੜਨ ਲੱਗੇ, ਕਿਉਂਕਿ ਇਸ ਦੀ ਬੰਦਗੀ ਬਹੁਤ ਸੀ, ਇਸ ਦਾ ਪ੍ਰਤਾਪ ਬਹੁਤ ਸੀ। ਪਿਆਰੀ ਸੂਲੀ ਹਰੀ ਹੋ ਗਈ, ਸੂਲੀ ਹਰੀ ਹੋ ਗਈ, ਰੱਸੇ ਟੁੱਟ ਗਏ ਪਿਆਰਿਓ, ਹਰੀ ਹੋ ਗਏ। ਫਾਂਸੀ ਤੇ ਦੇਣ ਲੱਗਿਆ, ਰੱਸੇ ਟੁੱਟ ਗਏ। ਹੁਣ ਜਿਸ ਵੇਲੇ ਰਾਜੇ ਨੇ ਫਿਰ ਖਿਮਾ ਮੰਗੀ, ਕਹਿੰਦੇ ਐ ਰਿਸ਼ੀ ਜੀ ਸਾਨੂੰ ਮਾਫ ਕਰਨਾ, ਸਾਡੇ ਕੋਲੋਂ ਮਾਲਾ ਮਿਲਣ ਕਰਕੇ ਸਾਨੂੰ ਤੁਹਾਡੇ ਤੇ ਸ਼ੱਕ ਹੋਇਆ ਤੇ ਸਾਨੂੰ ਮਾਫ ਕਰ ਦੇਣਾ, ਤੁਸੀਂ ਬੇਗੁਨਾਹ ਹੋ। ਕਹਿੰਦੇ ਤੁਹਾਨੂੰ ਤੇ ਮੈਂ ਮਾਫ ਕਰ ਦਿੱਤਾ, ਮੈਂ ਧਰਮਰਾਜ ਨੂੰ ਮਾਫ ਨਹੀਂ ਕਰਾਂਗਾ, ਮੈਂ ਧਰਮਰਾਜ ਦੇ ਕੋਲ ਜ਼ਰੂਰ ਜਾ ਕੇ ਪੁੱਛਾਂਗਾ। ਕਹਿੰਦੇ ਸਿੱਧਾ ਹੀ ਧਰਮਰਾਜ ਦੇ ਕੋਲ ਪਹੁੰਚ ਗਿਆ ਮਾਂਡਵ ਰਿਸ਼ੀ। ਮਾਂਡਵ ਰਿਸ਼ੀ ਜਿਸ ਵੇਲੇ ਧਰਮਰਾਜ ਦੇ ਕੋਲ ਪਹੁੰਚਿਆ, ਕਹਿੰਦੇ ਤੈਨੂੰ ਨਿਆਂ ਕਰਨ ਵਾਸਤੇ ਪਰਮੇਸ਼ਰ ਨੇ ਬਿਠਾਇਆ ਹੋਇਆ, ਤੂੰ ਨਿਆਂ ਕਿਉਂ ਨਹੀਂ ਕਰਦਾ? ਕਹਿੰਦੇ ਕਿਸ ਗੱਲ ਦਾ ਨਿਆਂ ਨਹੀਂ? ਕਹਿੰਦੇ ਮੈਨੂੰ ਸੂਲੀ ਤੇ ਕਿਸ ਗੱਲ ਤੋਂ ਚੜਾ ਰਿਹਾ ਸੀ?
मैं ते कहते अपनी भगती करके बच गया, पर तू ते जे कोई होर हुंदा उसनूं सूली ते चढ़ा दिता सी, तू ते मरवा दिता सी ना। कहते तेरा अपना भी कोई दोष है। कहते मेरा दोष की है? कहते पिछले जन्म दे विच बालपन उम्र दे विच कहते तू एक टुड्डे नूं मारिया सी, एक टुड्डे नूं मारिया सी। ਉਹਦੇ ਅੱਖਾਂ ਦੇ ਵਿੱਚ ਕਹਿੰਦੇ ਤੂੰ ਕੰਡੇ ਚੁਭੋ ਕੇ ਉਸ ਨੂੰ ਮਾਰਿਆ, ਇਹ ਉਸ ਦੀ ਸਜ਼ਾ ਤੈਨੂੰ ਮਿਲੀ ਹੈ। ਤੇ ਮਾਂਡੂ ਰਿਸ਼ੀ ਨੇ ਪਿਆਰੂ ਇਹ ਗੱਲ ਆਖੀ, ਜੇ ਕੋਈ ਬਚਪਨ ਦੇ ਵਿੱਚ ਪਾਪ ਕਰਦਾ ਐ ਧਰਮਰਾਜ, ਕਹਿੰਦੇ ਇਹ ਜਿਹੜਾ ਤੇਰਾ ਨਿਆਂ ਇਹ ਠੀਕ ਨਹੀਂ, ਇਸ ਨੂੰ ਬਦਲੀ ਕਰ ਪਰਮੇਸ਼ਰ ਦੀ ਪਿਆਰੂ। ਜੇ ਧਰਮਰਾਜ ਵੀ ਕੋਈ ਉਕਾਈ ਕਰਦਾ ਤੇ ਉਸ ਨੂੰ ਵੀ ਬਦਲ ਦਿੰਦੇ। ਕਹਿੰਦੇ ਇਸ ਨਿਆਂ ਨੂੰ ਬਦਲ। ਕਹਿੰਦੇ ਜੇ ਕੋਈ ਬਚਪਨ ਦੇ ਵਿੱਚ ਗਲਤੀ ਕਰਦਾ ਹੈ, ਬਚਪਨ ਦੇ ਵਿੱਚ ਤੇ ਪਤਾ ਹੀ ਕੋਈ ਨਹੀਂ ਹੁੰਦਾ ਕਿਸੇ ਨੂੰ ਕਿ ਜੇ ਮੈਂ ਬਚਪਨ ਦੇ ਵਿੱਚ ਕੋਈ ਗਲਤੀ ਕੀਤੀ ਤੇ ਉਸ ਦੀ ਸਜ਼ਾ ਮੈਨੂੰ ਤੂੰ ਸੂਲੀ ਤੇ ਚੜ੍ਹ ਦਿੱਤਾ ਆਪਣਾ। ਕਹਿੰਦੇ ਇਹ ਜਿਹੜਾ ਤੇਰਾ ਨਿਆਂ ਇਸ ਨੂੰ ਚੇਂਜ ਕਰ, ਕਿ ਬੱਚਾ ਕੋਈ ਜ਼ੁਲਮ ਕਰ ਦੇਵੇ ਤੇ ਉਸ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਪਿਆਰੂ ਇਸੇ ਤਰ੍ਹਾਂ ਹੀ ਹੁਣ ਹਿੰਦੁਸਤਾਨ ਦੇ ਵਿੱਚ ਇਸੇ ਤਰ੍ਹਾਂ ਹੀ ਆ ਕਿ ਜੇ ਕੋਈ ਬੱਚਾ ਜ਼ੁਲਮ ਉਹਦੇ ਕੋਲੋਂ ਹੋ ਜਾਵੇ ਤੇ ਉਹਨੂੰ ਨਾਬਾਲਗ ਕਰਕੇ ਛੱਡ ਦਿੱਤਾ ਜਾਂਦਾ ਜਾਂ ਉਸ ਨੂੰ ਘੱਟ ਤੋਂ ਘੱਟ ਸਜ਼ਾ ਹੁੰਦੀ ਹੈ। ਇਹ ਮਾਂਡਵ ਰਿਸ਼ੀ ਜਿਸ ਵੇਲੇ ਪਿਆਰੂ ਇੱਥੋਂ ਚੱਲ ਕੇ ਇੱਥੋਂ ਨਿਕਲ ਪਿਆ ਤੇ ਜਾ ਕੇ ਫਿਰ ਭਗਤੀ ਦੇ ਵਿੱਚ ਜੁੜ ਗਿਆ। ਭਗਤੀ ਦੇ ਵਿੱਚ ਜੁੜ ਗਿਆ ਕੀ ਵੇਖਦਾ ਕਿ ਇੱਕ ਬੀਬੀ ਜਿਸ ਦੇ ਨਾਲ ਉਸ ਦਾ ਇੱਕ ਪਤੀ, ਉਹ ਬਿਮਾਰ ਪਤੀ ਨੂੰ ਨਾਲ ਲੈ ਕੇ ਜਾ ਰਹੀ ਹਨੇਰੇ ਦੇ ਵਿੱਚ ਇਸ ਦੇ ਬਿਮਾਰ ਪਤੀ ਦਾ ਠੁੱਡ ਕਿਤੇ ਮਾਂਡਵ ਰਿਸ਼ੀ ਨੂੰ ਵੱਜ ਗਿਆ, ਪੈਰ ਕਿਤੇ ਮਾਂਡਵ ਰਿਸ਼ੀ ਨੂੰ ਵੱਜ ਗਿਆ। ਮਾਂਡਵ ਰਿਸ਼ੀ ਕਹਿੰਦਾ ਉਸ ਔਰਤ ਨੂੰ, ਕਹਿੰਦੇ ਮੈਂ ਸ਼ਰਾਪ ਦੇਵਾਂਗਾ, ਮੈਂ ਸ਼ਰਾਪ ਦੇ ਦੇਵਾਂਗਾ। ਕਹਿੰਦੀ ਕੀ ਸ਼ਰਾਪ ਦੇਵੋਗੇ? ਇਸ ਨੇ ਕਹਿੰਦੇ ਮੈਨੂੰ ਠੁੱਡ ਮਾਰਿਆ, ਆ ਤੇਰਾ ਪਤੀ ਜਿਹੜਾ ਕੋਝਾ ਬਿਮਾਰ ਹੈ, ਪਰ ਇਸਨੇ ਮੈਨੂੰ ਠੁੱਡ ਮਾਰਿਆ। ਕਹਿੰਦੇ ਦਿਨ ਚੜ੍ਹਨ ਤੋਂ ਪਹਿਲਾਂ ਇਸ ਦੀ ਮੌਤ ਹੋ ਜਾਵੇਗੀ, ਇਹ ਸੂਰਜ ਨਹੀਂ ਵੇਖੇਗਾ, ਸੂਰਜ ਵੇਖਣ ਤੋਂ ਪਹਿਲਾਂ ਇਸ ਦੀ ਮੌਤ ਹੋ ਜਾਵੇਗੀ। ਇਹ ਪਿਆਰੇ ਜੀ ਪਰਮੇਸ਼ਰ ਦੇ ਪਿਆਰੇ ਨੇ, ਬੰਦਗੀ ਵਾਲੇ ਨੇ, ਜਤ ਸਤ ਦੇ ਵਿੱਚ ਪੂਰੇ ਨੇ। ਉਸ ਔਰਤ ਨੇ ਪਤਾ ਕੀ ਆਖਿਆ? ਕਹਿੰਦੀ ਜੇ ਤੂੰ ਇਹ ਕਹਿੰਦਾ ਨਾ ਕਿ ਇਹ ਸੂਰਜ ਨਹੀਂ ਵੇਖੇਗਾ ਤੇ ਮੈਂ ਸੂਰਜ ਨਹੀਂ ਚੜ੍ਹਨ ਦੇਵਾਂਗੀ। ਕਹਿੰਦੀ ਮੈਂ ਸੂਰਜ ਨੂੰ ਨਹੀਂ ਚੜ੍ਹਨ ਦੇਵਾਂਗੀ। ਕਹਿੰਦੀ ਮੇਰੀ ਤਾਕਤ ਮੇਰੇ ਵਿੱਚ ਇਤਨੀ ਹੈ ਕਿ ਸੂਰਜ ਨਹੀਂ ਚੜ੍ਹੇਗਾ। ਕਹਿੰਦੀ ਉਹ ਕਿਵੇਂ? ਕਹਿੰਦੀ ਮੈਂ ਪਤੀ ਧਰਮ ਦੇ ਵਿੱਚ ਪੂਰੀ ਹਾਂ, ਮੈਂ ਆਪਣੇ ਪਤੀ ਦੀ ਸੇਵਾ ਕਰਦੀ ਹਾਂ, ਮੈਂ ਸੂਰਜ ਨਹੀਂ ਚੜ੍ਹਨ ਦੇਵਾਂਗੀ। ਪਿਆਰੂ ਸੱਚ ਹੀ ਉਸਨੇ ਸੂਰਜ ਨੂੰ ਰੋਕ ਦਿੱਤਾ। ਕਹਿੰਦੇ ਸੂਰਜ ਨਹੀਂ ਚੜ੍ਹੇਗਾ। ਜਿਤਨੀ ਦੇਰ ਤੱਕ ਇਹ ਸ਼ਰਾਪ ਦਿੱਤਾ ਹੋਇਆ ਮਾਂਡਵ ਰਿਸ਼ੀ ਦਾ ਵਾਪਸ ਨਹੀਂ ਹੁੰਦਾ, ਉਤਨੀ ਦੇਰ ਤੱਕ ਮੈਂ ਸੂਰਜ ਨਹੀਂ ਚੜ੍ਹਨ ਦੇਵਾਂਗੀ, ਉਤਨੀ ਦੇਰ ਤੱਕ ਮੈਂ ਸੂਰਜ ਨਹੀਂ ਚੜ੍ਹਨ ਦੇਵਾਂਗੀ। ਹੁਣ ਇਸੇ ਤਰ੍ਹਾਂ ਦੁਨੀਆ ਕਹਿੰਦੀ ਪਿਆਰੂ ਸਾਰੀ ਵਿਰਲਾ ਉੱਠੀ ਕਿ ਸੂਰਜ ਨਹੀਂ ਚੜ੍ਹ ਰਿਹਾ, ਲੋਕ ਦੁਖੀ ਹੋ ਰਹੇ ਨੇ। ਇਤਨੀ ਨਵੇਰੀ ਰਾਤ ਕਹਿੰਦੇ 10 ਦਿਨ ਤੱਕ ਇਸਨੇ ਸੂਰਜ ਨਹੀਂ ਚੜ੍ਹਨ ਦਿੱਤਾ, 10 ਦਿਨ ਲਗਾਤਾਰ ਇਸਨੇ ਸੂਰਜ ਨਹੀਂ ਚੜ੍ਹਨ ਦਿੱਤਾ। ਕਹਿੰਦੀ ਮੈਂ ਸੂਰਜ ਨਹੀਂ ਚੜ੍ਹਨ ਦੇਵਾਂਗੀ ਜਿਤਨੀ ਦੇਰ ਤੱਕ ਇਹ ਸ਼ਰਾਪ ਵਾਪਸ ਨਹੀਂ ਹੁੰਦਾ। ਹੁਣ ਦੇਵਤਿਆਂ ਨੂੰ ਪਿਆਰਿਓ ਸਾਰਿਆਂ ਨੂੰ ਫਿਕਰ ਪੈ ਗਿਆ, ਪਰਮੇਸ਼ਰ ਜਿਤਨੇ ਸਨ ਸਾਰਿਆਂ ਨੂੰ ਫਿਕਰ ਪੈ ਗਿਆ। ਉਹਨਾਂ ਨੇ ਪਰਮੇਸ਼ਰ ਨੂੰ ਆਖਿਆ, ਇੱਕ ਪਤੀ ਵਰਤਾ ਇਸਤਰੀ ਜਿਸ ਨੂੰ ਮਾਂਡਵ ਰਿਸ਼ੀ ਨੇ ਸ਼ਰਾਪ ਦਿੱਤਾ ਹੈ, ਉਹ ਹੁਣ ਅਹਿਲ ਹੈ ਆਪਣੇ ਟਿਕਾਣੇ ਤੇ, ਉਹ ਪਤੀ ਧਰਮ ਦੇ ਵਿੱਚ ਪੂਰੀ ਹੈ, ਪਰਮੇਸ਼ਰ ਦਾ ਨਾਮ ਜਪਦੀ ਹੈ, ਉਹ ਸੂਰਜ ਨਹੀਂ ਚੜ੍ਹਨ ਦੇ ਰਹੀ। ਉਤਨੀ ਦੇਰ ਤੱਕ ਉਸਨੇ ਸੂਰਜ ਨਹੀਂ ਚੜ੍ਹਨ ਦੇਣਾ ਜਿਤਨੀ ਦੇਰ ਤੱਕ ਮਾਂਡਵ ਰਿਸ਼ੀ ਦਾ ਸ਼ਰਾਪ ਮੁਆਫ ਨਹੀਂ ਕਰਦੇ। ਪਰਮੇਸ਼ਰ ਨੇ ਫਿਰ ਭਾਖਿਆ ਕੀਤੀ, ਇਹ ਗੱਲ ਆਖੀ ਕਿ ਸ਼ਰਾਪ ਨੂੰ ਵਾਪਸ ਲੈਂਦੇ ਹਾਂ, ਇਹ ਸ਼ਰਾਪ ਨੂੰ ਅਸੀਂ ਵਾਪਸ ਲੈਂਦੇ ਹਾਂ। ਮਾਂਡਵ ਰਿਸ਼ੀ ਦਾ ਸ਼ਰਾਪ ਪਿਆਰੇ ਵਾਪਸ ਲਿਆ ਤੇ ਉਹ ਜਿਹੜੀ ਪਤੀ ਵਰਤਾ ਇਸਤਰੀ ਸੀ ਆਪਣੇ ਪਤੀ ਨੂੰ ਨਾਲ ਲੈ ਕੇ ਗਈ। 10 ਦਿਨ ਤੱਕ ਉਸਨੇ ਸੂਰਜ ਨਹੀਂ ਚੜ੍ਹਨ ਦਿੱਤਾ। ਪਰਮੇਸ਼ਰ ਦੇ ਪਿਆਰੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ, ਸਤਿਗੁਰੂ ਕਹਿ ਰਹੇ ਨੇ, ਹਾਲਤ ਪਲਤ ਤਾਂ ਕੇ ਆਵੇ ਕਾਬ। ਇਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਪਿਆਰੂ ਪਰਮੇਸ਼ਰ ਦਾ ਨਾਮ ਹੀ ਕੰਮ ਆਉਂਦਾ ਹੈ। ਜਿਹੜੇ ਵੀ ਪਰਮੇਸ਼ਰ ਦੇ ਪਿਆਰੇ ਨਾਮ ਜਪਦੇ ਨੇ, ਬੰਦਗੀ ਵਾਲੇ
ਨਾਮ ਰਤੇ ਪ੍ਰਭ ਰੰਗ ਅਪਾਰ। ਜਿਹੜੀ ਪਰਮੇਸ਼ਰ ਦਾ ਨਾਮ ਪਿਆਰੂ ਜਪਦੇ ਨੇ ਉਹਦਾ ਕੋਈ ਪਾਰਾਵਾਰ ਤੇ ਪਾਇਆ ਨਹੀਂ ਜਾ ਸਕਦਾ ਨਾਮ ਦਾ। ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ, ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦੇ ਨੇ, ਜਿਹਦਾ ਕੋਈ ਪਰਮੇਸ਼ਰ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜਿਹਦੇ ਆਰਲੇ ਪਾਰਲੇ ਬਣੇ ਦਾ ਕੋਈ ਪਤਾ ਨਹੀਂ। ਸਾਧ ਗਾਵੇ ਗੁਣ ਏਕ ਨਿਰੰਕਾਰ। ਉਸ ਪਰਮੇਸ਼ਰ ਦੇ ਪਿਆਰੇ ਸਾਧੂ ਜਨ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ, ਹਰ ਵੇਲੇ ਪਰਮੇਸ਼ਰ ਦਾ ਨਾਮ ਹੀ ਉਹਨਾਂ ਦਾ ਆਧਾਰ ਬਣ ਜਾਂਦਾ, ਨਿਰੰਕਾਰ ਹੀ ਉਹਨਾਂ ਦੇ ਨਾਮ ਦਾ ਹਰ ਵੇਲੇ। ਸਾਧ ਗਾਵੇ ਗੁਣ ਏਕ ਨਿਰੰਕਾਰ, ਇੱਕ ਨਿਰੰਕਾਰ, ਇੱਕ ਨਿਰੰਕਾਰ ਦੇ ਨਾਲ ਜੁੜੇ ਰਹਿੰਦੇ ਨੇ। ਉਹ ਪਿਆਰੇ ਹੋਰ ਕੁਝ ਨਹੀਂ ਵੇਖਦੇ, ਪਰਮੇਸ਼ਰ ਦਾ ਸਿਮਰਨ ਹੀ ਹਰ ਵੇਲੇ ਕਰਦੇ ਰਹਿੰਦੇ ਨੇ। ਰਹਾਉ ਸਾਧਕੇ ਸੁਭਾ ਆਤਮ ਸਕੀਨੇ। ਸਾਧ ਦੀ ਸੋਭਾ ਕਿਵੇਂ ਹੈ ਪਿਆਰੇ? ਮਸਕੀਨੀ ਤੋਂ ਭਾਵ ਹੈ ਗਰੀਬੀ ਦਾ, ਗਦਾ ਵਾਲੀ ਗੱਲ ਹੈ, ਨਿਮਰਤਾ। ਉਹਨਾਂ ਨੂੰ ਸਾਧ ਕੀ ਸੋਭਾ ਕਿਉਂ ਹੁੰਦੀ ਹੈ? ਪਰਮੇਸ਼ਰ ਦੇ ਪਿਆਰਿਆਂ ਦੀ ਸੋਭਾ ਕਿਉਂ ਹੁੰਦੀ ਹੈ ਜਗਤ ਦੇ ਵਿੱਚ? ਕਿ ਉਹ ਨਿਮਰਤਾ ਦੇ ਨਾਲ ਕਰਦੇ ਨੇ ਜੋ ਵੀ ਕਰਦੇ ਨੇ। ਉਹਨਾਂ ਦੇ ਮਨ ਅੰਦਰ ਅਹੰਕਾਰ ਨਹੀਂ ਹੁੰਦਾ, ਉਹ ਈਗੋ ਨੂੰ ਛੱਡ ਕੇ ਕਰਦੇ ਨੇ। ਉਹਨਾਂ ਦੀ ਸੋਭਾ ਜਗਤ ਦੇ ਵਿੱਚ ਤਾਂ ਹੁੰਦੀ ਹੈ ਜੇ ਕਰਕੇ ਪਰਮੇਸ਼ਰ ਦਾ ਪਿਆਰਾ ਪਿਆਰੂ ਬੰਦਗੀ ਕਰਨ ਵਾਲਾ ਉਹਦੇ ਮਨ ਅੰਦਰ ਅਹੰਕਾਰ ਆ ਜਾਵੇ, ਮਨ ਅੰਦਰ ਕਿਧਰੇ ਈਗੋ ਆ ਜਾਵੇ ਤੇ ਪਿਆਰੂ ਉਹ ਵੀ ਪ੍ਰਾਪਤੀ ਨਹੀਂ ਕਰ ਸਕਦਾ। ਉਹਨਾਂ ਦੇ ਹਿਰਦੇ ਘੜ ਵਿੱਚ ਨਿਮਰਤਾ ਆ ਜਾਂਦੀ ਹੈ। ਜਿੱਥੇ ਨਾਮ ਜਪਦੇ ਨੇ, ਨਾਮ ਜਪਦਿਆਂ ਜਪਦਿਆਂ ਮਸਕੀਨ ਬਣ ਕੇ ਰਹਿੰਦੇ, ਮਸਕੀਨ ਬਣ ਕੇ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮੁਸ਼ਕੀਨ ਤੇਰਾ ਨਾਮ ਹੈ ਆਧਾਰਾ। ਕਰੀਮਾ ਰਹੀਮਾ ਅਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ। ਦਰਿਆਓ ਤੂੰ ਦੇਹੰਦ ਤੋਂ ਵਿਸਿਆਰ ਤੂੰ ਦਨੀ, ਦੇਹ ਲੇਹ ਏਕ ਤੋ तेगर को नहीं। तू दाना तू बीना मैं विचार क्या करी, नामे के स्वामी बख्शंद तू हरी। प्यारो को मस्कीन बन के करते सी, परमेश्वर का नाम बिल्कुल आजिज बन के करते ने, गरीब बन के जपते ने। ते इसे करके उन्हां दी बख्शिश किहड़ी हुंदी है? संत वडाए हर जस चेले। इसे करके उन्हां नूं प्यारी वडियाइयां मिलदियां। परमेश्वर का नाम संत वडाई हर जस चेनी, क्योंकि परमेश्वर के नाम को रटन कर देंगे, याद करते रहते हैं उस परमेश्वर को। तो वाहिगुरू उन्होंने वडियाइयां बख्शिश करता। हर नाम की वडाई दई गुर राम दास को। जिहड़े भी परमेश्वर का नाम जपते हैं प्यारे, उन्होंने नाम की वडियाई मिलती है। आनंद संतन कै भगत गोविंद। ते वो आनंद दे विच क्यों रहिंदे? भगती करदियां करदियां, क्योंकि परमेश्वर की भगती करते हैं, परमेश्वर का नाम जपदियां जपदियां जिहड़ा भी परमेश्वर का नाम जपेगा वह आनंदित हो जाएगा, उहिओ आनंद दे विच होवेगा। सुख संतन कै बिन से चिंद। कहते उन्होंने चिंता भी कोई नहीं रह जाती, उन्होंने वास्ते ये सुख बन जाता परमेश्वर का नाम जपिया होया, ते उन्होंने चिंता कोई नहीं रह जाती। परमेश्वर के प्यारे ਜਿਹੜੇ भी जपते हैं, जिन्होंने नाम की कीमत का पता लग जाता प्यारे। धन गुरु नानक पातशाह जी मरदाना कहता, सतगुरु जी मैनू तो भुख लगी है बड़ी, मैनू कुछ खाण वास्ते दे, मैनू कुछ खाण वास्ते चाहिए, तो हुण मैं की करा? सतगुरु कहते कि मरदानिया आ पिंड दे विच जा, आ पिंड दे विच जा, कहते जाके कुछ लाया खाण वास्ते। महाराज मेरी कोल ते कुछ भी नहीं, कोल मेरे कुछ भी नहीं, ते की मैं खाण नूं लैके आवां? सतगुरां ने प्यारे अपने चरणों के नाल थोड़ा मिट्टी नूं हिलाया ते एक लाल निकलिया, बड़ा कीमती लाल, बड़ा कीमती लाल सतगुरु नानक पातशाह ने मरदाने नूं दिता। मरदानिया आ लै, आ लै, ते ये तू जाके आ लाया खाण वास्ते जो कुछ लैके आना, ते नाल इसकी कीमत का भी पता करके आवी, नाल इसकी कीमत का पता भी कर आवी। हुण प्यारो जिस वेले मरदाना गया, मरदाना पहला एक मठियाई वाली दुकान पर गया,
ਕਹਿੰਦੀ ਆ ਮੇਰੇ ਕੋਲੋਂ ਲਾਲ ਲੈ ਲਓ, ਇਹ ਬੜਾ ਕੀਮਤੀ ਹੈ, ਤੇ ਮੈਨੂੰ ਮਠਾਈ ਖਾਣ ਵਾਸਤੇ ਦੇ ਦਿਓ, ਤੇ ਨਾਲੇ ਇਸ ਦਾ ਮੁੱਲ ਦੱਸੋ। ਕਹਿੰਦੇ ਇਹ ਪੱਥਰ ਹੈ, ਚਮਕ ਵਾਲਾ ਪੱਥਰ। ਕਹਿੰਦੇ ਠੀਕ ਹੈ, ਚਮਕ ਮਾਰਦਾ ਪੱਥਰ, ਪਰ ਕਹਿੰਦੇ ਤੈਨੂੰ ਪਾਈਆ ਮਠਿਆਈ ਦੇ ਦਿੰਦੇ ਆ, ਇਹਦਾ ਮੁੱਲ ਕੋਈ ਨਹੀਂ ਹੈਗਾ, ਇਸ ਦਾ ਮੁੱਲ ਕੋਈ ਨਹੀਂ। ਇਹ ਤੂੰ ਖਾਣ ਵਾਸਤੇ ਜੇ ਸੇਰ ਮਠਿਆਈ ਕਹਿੰਦਾ ਤੈਨੂੰ ਅਸੀਂ ਦੇ ਦਿੰਦੇ ਆ, ਤੇ ਲੈ ਲਾ। ਕਹਿੰਦੇ ਨਹੀਂ, ਕਹਿੰਦੀ ਇਹਦਾ ਮੁੱਲ ਜ਼ਿਆਦਾ ਹੈ। ਕਹਿੰਦੇ ਨਹੀਂ, ਇਹਦਾ ਮੁੱਲ ਇਤਨਾ ਜ਼ਿਆਦਾ ਨਹੀਂ, ਤੂੰ ਚਲਿਆ ਜਾ। ਫਿਰ ਕਹਿੰਦੇ ਅੱਗੇ ਗਿਆ, ਹੁਣ ਫਲਾਂ ਵਾਲੀ ਦੁਕਾਨ ਤੇ ਗਿਆ। ਫਲਾਂ ਵਾਲੀ ਦੁਕਾਨ ਤੇ ਜਿਸ ਵੇਲੇ ਗਿਆ ਤੇ ਕਹਿੰਦੀ ਕਿ ਮੈਨੂੰ ਕੁਝ ਖਾਣ ਵਾਸਤੇ ਦੇ ਦੇਵੋ, ਇਹ ਮੇਰੇ ਕੋਲੋਂ ਲਾਲ ਲੈ ਲਓ, ਇਹ ਬੜਾ ਕੀਮਤੀ ਹੈ, ਬਹੁਤ ਕੀਮਤੀ। ਹੁਣ ਪਿਆਰਿਓ, ਜਿਹੜਾ ਸਬਜ਼ੀ ਵੇਚਣ ਵਾਲਾ, ਫਲ ਵੇਚਣ ਵਾਲਾ, ਉਹ ਪਤਾ ਕੀ ਕਹਿੰਦਾ, ਬਾਬਾ ਜੀ ਜੇ ਤੁਹਾਨੂੰ ਚਾਹੀਦੀਆਂ 2 ਮੂਲੀਆਂ ਤੇ ਅਸੀਂ ਦੇ ਦਿੰਦੇ ਹਾਂ, ਆਹ 2 ਮੂਲੀਆਂ ਤੋਂ ਵੱਧ ਇਹਦਾ ਮੁੱਲ ਕੋਈ ਨਹੀਂ ਹੈ। ਸਾਡੇ ਕਿਸ ਕੰਮ, ਇਹ ਪੱਥਰ ਹੈ, ਸਾਡੇ ਕਿਸ ਕੰਮ ਹੈ, ਸਾਨੂੰ ਇਹਦੀ ਕੋਈ ਲੋੜ ਨਹੀਂ। ਤੇ ਕਹਿੰਦੇ ਹਾਂ, ਅਸੀਂ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ 2 ਮੂਲੀਆਂ ਦੇ ਦਿੰਦੇ ਹਾਂ। ਕਹਿੰਦੇ ਨਹੀਂ, ਮੈਨੂੰ 2 ਮੂਲੀਆਂ ਨਹੀਂ ਚਾਹੀਦੀਆਂ, ਮੈਨੂੰ ਤੇ ਇਸ ਦਾ ਮੁੱਲ ਚਾਹੀਦਾ, ਇਹ ਬੜਾ ਕੀਮਤੀ ਹੈ। ਕਹਿੰਦੇ ਸਾਡੇ ਵਾਸਤੇ ਇਹਦੀ ਕੀਮਤ ਕੋਈ ਨਹੀਂ। ਫਿਰ ਕਹਿੰਦੇ ਕੱਪੜੇ ਵਾਲੀ ਦੁਕਾਨ ਤੇ ਚਲੇ ਗਿਆ। ਕੱਪੜੇ ਵਾਲੀ ਦੁਕਾਨ ਤੇ ਜਿਸ ਵੇਲੇ ਗਿਆ ਤੇ ਕੱਪੜੇ ਵਾਲੇ ਨੂੰ ਕਹਿੰਦਾ ਕਿ ਆਹ ਮੇਰੇ ਕੋਲ ਲਾਲ ਲੈ ਲਓ, ਤੇ ਮੈਨੂੰ ਇਸ ਦੀ ਕੀਮਤ ਨਾਲ ਦੱਸੋ, ਤੇ ਨਾਲ ਇਸ ਦਾ ਮੁੱਲ ਮੈਨੂੰ ਦੇ ਦਿਓ। ਹੁਣ ਕੱਪੜੇ ਵਾਲੇ ਵੇਖ ਕੇ ਆਖਣ ਲੱਗੇ, ਕਹਿੰਦੇ ਅਸੀਂ ਇਸ ਨੂੰ ਕੀ ਕਰਨਾ, ਸਾਡੇ ਇਹ ਕਿਸ ਕੰਮ ਹੈ। ਜੇ ਤੂੰ ਚਾਹੁੰਦਾ ਤੇ ਤੈਨੂੰ 2 ਗਜ਼ ਅਸੀਂ ਕੱਪੜਾ ਆਪਣੇ ਕੋਲੋਂ ਦੇ ਦਿੰਦੇ ਹਾਂ, ਆਪਣੇ ਕੋਲੋਂ ਤੈਨੂੰ 2 ਗਜ਼ ਕੱਪੜਾ ਦੇ ਦਿੰਦੇ ਹਾਂ, ਕੱਪੜਾ ਲੈ ਲਾ 2 ਗਜ਼, ਪਰ ਇਸ ਦਾ ਮੁੱਲ ਕੋਈ ਨਹੀਂ ਆ। 2 ਗਜ਼ ਕੱਪੜਾ ਲੈ ਲਾ, 2 ਗਜ਼ ਕੱਪੜਾ ਲੈ ਲਾ, ਇਸ ਦਾ ਮੁੱਲ ਕੋਈ ਨਹੀਂ। ਹੁਣ ਮਰਦਾਨੇ ਨੇ ਸੋਚਿਆ, ਬਾਬਾ ਨਾਨਕ ਕਹਿੰਦਾ ਇਹ ਲਾਲ ਬੜਾ ਕੀਮਤੀ ਹੈ, ਇਹ ਲਾਲ ਬੜਾ ਕੀਮਤੀ ਹੈ, ਪਰ ਇਹਦਾ ਮੁੱਲ ਕਿਧਰੇ ਪੈ ਰਿਹਾ 2 ਮੂਲੀਆਂ, ਕਿਧਰੇ ਸ਼ੇਰ ਮਠਾਈ, ਕਿਧਰੇ 2 ਗਜ਼ ਕੱਪੜਾ। ਸਤਿਗੁਰੂ ਨਾਨਕ ਪਾਤਸ਼ਾਹ ਜੋ ਕਹਿੰਦੇ ਨੇ ਉਹ ਬਿਲਕੁਲ ਟਰੂ ਹੈ, ਬਿਲਕੁਲ ਸੱਚਾਈ ਹੈ। ਇਹ ਤੇ ਸੱਚ ਹੈ, ਇਹ ਲਾਲ ਕੀਮਤੀ ਹੈ, ਪਰ ਹਾਲੇ ਇਸ ਦਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ। ਹੁਣ ਕਹਿੰਦੇ ਇੱਕ ਜੋਹਰੀ ਦੇ ਕੋਲ ਗਿਆ ਪਿਆਰੇ, ਜਿਹੜਾ ਜੋਹਰੀ ਬੜਾ ਪਾਰਕੀ ਸੀ, ਜਿਸ ਦਾ ਨਾਮ ਸਾਲਸਰਾਏ ਇਤਿਹਾਸ ਦੇ ਵਿੱਚ ਆਇਆ। ਜਿਸ ਵੇਲੇ ਸਾਲਸਰਾਏ ਦੇ ਕੋਲ ਪਹੁੰਚਿਆ ਮਰਦਾਨਾ, ਤੇ ਕਹਿੰਦੇ ਸੇਠ ਜੀ ਆ ਲਓ ਲਾਲ, ਤੇ ਮੈਨੂੰ ਇਸ ਦਾ ਮੁੱਲ ਦੱਸੋ, ਤੇ ਮੈਨੂੰ ਕੁਝ ਪੈਸੇ ਦੇ ਦੇਵੋ, ਮੈਂ ਕੁਝ ਖਾਣ ਵਾਸਤੇ ਲੈਣਾ। ਕਹਿੰਦੇ ਜਿਸ ਵੇਲੇ ਸਾਲਸਰਾਏ ਜੋਹਰੀ ਨੇ ਪਿਆਰਿਓ ਵੇਖਿਆ, ਸਾਲਸਰਾਏ ਜੋਹਰੀ ਵੇਖ ਕੇ ਲਾਲ ਨੂੰ ਉਸਨੇ ਮੱਥਾ ਟੇਕਿਆ। ਪਹਿਲੇ ਤੇ ਕਿਸੇ ਨੂੰ ਕਦਰ ਕੋਈ ਨਹੀਂ ਸੀ, ਪਤਾ ਕੋਈ ਨਹੀਂ ਸੀ,